TVN देखण वाले समुचे दर्शकों नूं दविंदर सिंह बैनीपाल वालों प्यार अते सत्कार सहित सत श्री अकाल। द बैनीपाल शो विच तुहाडा सबना दा निघा स्वागत। ते दोस्तों आओ जिहड़ियां खबरां दे उत्ते विस्तार नाल गलबात करनी है, चर्चा करनियां ने, टिप्पणियां करनियां ने, संखेप विच सब तो पहलां ओह तुहाडे नाल साझीआं करां। RCMP ਅਤੇ ਬਾਰਡਰ ਸਿਕਿਉਰਿਟੀ ਫੋਰਸ ਦੇ ਯਤਨਾਂ ਸਦਕਾ ਵੱਡੀ ਡਰੱਗ ਖੇਪ ਬਰਾਮਦ। ਉੱਘੇ ਕਬੱਡੀ ਪ੍ਰਮੋਟਰ ਮਲਕੀਤ ਸਿੰਘ ਪੁਰੇਵਾਲ ਨਹੀਂ ਰਹੇ। NCT ਬਿੱਲ ਨੂੰ ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ। ਹੋਲੇ ਮਹੱਲੇ ਤੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਪੰਜਾਬੀਆਂ ਨੂੰ ਕੀਤੀ ਇੱਕ ਖਾਸ ਅਪੀਲ। ਭਾਜਪਾ ਆਗੂਆਂ ਤੇ ਹੋ ਰਹੇ ਹਮਲਿਆਂ ਦਾ ਕਾਰਨ ਕੇਂਦਰ ਸਰਕਾਰ ਦਾ ਕਿਸਾਨਾਂ ਪ੍ਰਤੀ ਅਣਮਨੁੱਖੀ ਵਤੀਰਾ। ਕਿਸਾਨਾਂ ਨੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਘੇਰਿਆ ਕਰ। ਭਾਜਪਾ ਪਾ ਰਹੀ ਹੈ ਧਰਮ ਦੇ ਆਧਾਰ ਤੇ ਵੰਡੀਆਂ, ਘੱਟ ਗਿਣਤੀਆਂ ਨੂੰ ਵੱਡਾ ਖਤਰਾ। ਕਿਸਾਨਾਂ ਨੇ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਮਨਾਈ ਹੋਲੀ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੇ ਪੁੱਤਰ ਤੇ ਹੋਇਆ ਜਾਨਲੇਵਾ ਹਮਲਾ। ਦੋਸਤੋ ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਵਿਸਥਾਰ ਸਹਿਤ ਮੈਂ ਅੱਜ ਪ੍ਰੋਗਰਾਮ ਦੌਰਾਨ ਵਿਚਾਰਨਾ ਹੈ। ਇਸ ਤੋਂ ਪਹਿਲਾਂ ਕਿ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕਰਾਂ, ਉਹਦੇ ਤੋਂ ਪਹਿਲਾਂ ਤੁਹਾਨੂੰ ਅਪੀਲ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰਿਓ ਤਾਂ ਕਿ ਰੋਜ਼ਾਨਾ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਵੈਨਕੂਵਰ ਦੇ ਸਮੇਂ ਦੇ ਮੁਤਾਬਕ ਸਵੇਰ ਦੇ 7 ਵਜੇ ਅਤੇ ਪੰਜਾਬ ਦੇ ਵਿੱਚ ਸ਼ਾਮ ਦੇ 7:30 ਵਜੇ ਇੱਕ ਪ੍ਰੋਗਰਾਮ ਪੰਜਾਬ ਬੋਲਦਾ ਲਾਈਵ ਪੇਸ਼ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਤੁਸੀਂ ਸ਼ਾਮਲ ਵੀ ਹੋ ਸਕੋ ਅਤੇ ਨਾਲ ਆਪਣੇ ਕੀਮਤੀ ਵਿਚਾਰ ਵੀ ਰੱਖ ਸਕੋ। ਇਹਦੇ ਨਾਲ ਹੀ ਕੱਲ ਦਾ ਪ੍ਰੋਗਰਾਮ ਦ ਬੈਨੀਪਾਲ ਸ਼ੋ, ਉਸ ਦੇ ਵਿੱਚ ਗੋਡਿਆਂ ਦਾ ਦਰਦ, ਜੋੜਾਂ ਦਾ ਦਰਦ, ਮਾਈਗ੍ਰੇਨ ਅਤੇ ਹੋਰ ਕਿਹੜੇ ਦਰਦ ਨੇ ਤੇ ਉਹਨਾਂ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ, ਕਿਸੇ ਡਾਕਟਰ ਕੋਲ ਜਾਣ ਦੀ ਕੋਈ ਜ਼ਰੂਰਤ ਨਹੀਂ। ਡਾਕਟਰ ਅਰਿਦਮਨ ਸਿੰਘ ਮਾਹਲ ਹੋਰਾਂ ਦੇ ਨਾਲ ਕੀਤੀ ਹੋਈ ਗੱਲਬਾਤ ਹੈ ਕਿ ਰਸੋਈ ਨੂੰ ਆਪਣੇ ਨੂੰ ਡਾਕਟਰ ਕਿਵੇਂ ਬਣਾਈਏ, ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੀਏ, ਕਿਹੜੀਆਂ ਚੀਜ਼ਾਂ ਖਾਣ ਤੋਂ ਗੁਰੇਜ਼ ਕਰੀਏ ਤੇ ਕਿਹੜੀਆਂ ਖਾਧੀਆਂ ਜਾਣ ਤਾਂ ਕਿ ਅਸੀਂ ਇਹਨਾਂ ਰੋਗਾਂ ਤੋਂ, ਇਹਨਾਂ ਦਰਦਾਂ ਤੋਂ ਛੁਟਕਾਰਾ ਪਾ ਸਕੀਏ। ਜ਼ਰੂਰ ਵੇਖਿਓ ਅਤੇ ਜੇਕਰ ਜਾਣਕਾਰੀ ਉਹ ਪੁਖਤਾ ਲੱਗੀ ਤਾਂ ਉਸ ਪ੍ਰੋਗਰਾਮ ਨੂੰ ਅੱਗੇ ਜ਼ਰੂਰ ਭੇਜਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਬੈਕ ਪੇਨ ਹੈ, ਗੋਡਿਆਂ ਦਾ ਦਰਦ ਹੈ, ਜੋੜਾਂ ਦਾ ਦਰਦ ਹੈ, ਸਰਵਾਈਕਲ ਹੈ, ਉਹਨਾਂ ਵਾਸਤੇ ਉਹ ਜਾਣਕਾਰੀ ਲਾਹੇਵੰਦ ਸਾਬਤ ਹੋ ਸਕਦੀ ਹੈ। ਆਓ ਹੁਣ ਖਬਰਾਂ ਵੱਲ ਨੂੰ ਵਧੀਏ। RCMP ਅਤੇ ਕੈਨੇਡੀਅਨ ਬਾਰਡਰ ਦੇ ਅਧਿਕਾਰੀਆਂ ਨੇ BC ਦੇ ਵਿੱਚ, ਭਾਵ ਸਾਡੇ ਇਸ ਸੂਬੇ ਦੇ ਵਿੱਚ ਸਮਗਲਿੰਗ ਨੂੰ ਜਾਂ ਸਮਗਲ ਕੀਤੀ ਜਾ ਰਹੀ ਡਰੱਗ ਨੂੰ ਲੈ ਕੇ ਬਹੁਤ ਵੱਡੀ ਖੇਪ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਕਿ 1 ਕੁਇੰਟਲ ਅਫੀਮ ਫੜੀ ਹੈ, ਜਿਸ ਦੀ ਕੌਮਾਂਤਰੀ ਮੰਡੀ ਦੇ ਵਿੱਚ ਕੀਮਤ $10 ਮਿਲੀਅਨ ਦੱਸੀ ਜਾ ਰਹੀ ਹੈ। ਕੈਨੇਡਾ ਬਾਰਡਰ ਏਜੰਸੀ ਅਤੇ RCMP ਦੇ ਵੱਲੋਂ ਇਹ ਸਾਂਝੀ ਕਾਰਵਾਈ ਕੀਤੀ ਗਈ, ਜਿਸ ਦੌਰਾਨ 2 ਕੰਟੇਨਰਾਂ ਦੀ ਜਾਂਚ ਪੜਤਾਲ ਦੌਰਾਨ ਇਹ ਡਰੱਗ ਖੇਪ, ਇਹ ਅਫੀਮ ਫੜੀ ਗਈ ਹੈ। ਜਾਣਕਾਰੀ ਮਿਲੀ ਹੈ ਕਿ ਫਰਵਰੀ ਮਹੀਨੇ ਲੰਬੀ ਜਾਂਚ ਪੜਤਾਲ ਕੀਤੀ ਗਈ। ਜਾਂਚ ਪੜਤਾਲ ਤੋਂ ਬਾਅਦ ਡਰੱਗ ਖੇਪ ਦੇ 2500 ਪੈਕੇਟ, ਜਿਨ੍ਹਾਂ ਦਾ ਵਜ਼ਨ 400 ਗ੍ਰਾਮ ਦੱਸਿਆ ਜਾ ਰਿਹਾ ਹੈ, ਉਹ ਫੜ ਲਿਆ ਗਿਆ। ਅਸਲ ਦੇ ਵਿੱਚ ਹਜ਼ਾਰਾਂ ਨਹੀਂ, ਲੱਖਾਂ ਦੀ ਗਿਣਤੀ ਦੇ ਵਿੱਚ ਬੰਦਰਗਾਹਾਂ ਦੇ ਉੱਤੇ ਕੰਟੇਨਰ ਆਉਂਦੇ ਆ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਹਰ ਇੱਕ ਕੰਟੇਨਰ ਦੀ ਜਾਂਚ ਪੜਤਾਲ ਹੁੰਦੀ ਹੋਈ ਨਹੀਂ, ਜਿਸ ਕਰਕੇ ਵੱਡੀ ਮਾਤਰਾ ਦੇ ਵਿੱਚ ਉਹਨਾਂ ਕੰਟੇਨਰਾਂ ਦੇ ਵਿੱਚ ਡਰੱਗ ਖੇਪ ਆਉਂਦੀ ਹੈ ਤੇ ਕਈ ਵਾਰੀ ਫੜੀ ਨਹੀਂ ਜਾਂਦੀ। ਪਰ ਅੱਜ ਪ੍ਰੈਸ ਨੂੰ ਇੱਕ ਪ੍ਰੈਸ ਰਿਲੀਜ਼ ਭੇਜਿਆ ਗਿਆ, ਜਿਸ ਦੇ ਵਿੱਚ ਇਸ ਡਰੱਗ ਖੇਪ ਦੀ ਜਾਣਕਾਰੀ ਜਨਤਕ ਕੀਤੀ ਗਈ ਹੈ। ਦੱਸਿਆ ਗਿਆ ਕਿ 11 ਫਰਵਰੀ ਨੂੰ ਇਹ ਕੰਟੇਨਰ ਬੰਦਰਗਾਹ ਤੋਂ ਚੁੱਕ ਕੇ ਸਰੀ ਦੇ ਇੱਕ ਵੇਅਰ ਹਾਊਸ ਭੇਜਿਆ ਗਿਆ। ਇਸ ਮਾਮਲੇ ਦੇ ਵਿੱਚ 5 ਵਿਅਕਤੀ ਗ੍ਰਿਫਤਾਰ ਕੀਤੇ ਗਏ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਵਿੱਚੋਂ ਇੱਕ 34 ਵਰ੍ਹਿਆਂ ਦਾ ਵੈਨਕੂਵਰ ਦਾ ਰਹਿਣ ਵਾਲਾ ਦੱਸਿਆ ਗਿਆ, ਜਦੋਂ ਕਿ 4 ਵਿਅਕਤੀ ਓਨਟਾਰੀਓ ਸੂਬੇ ਦੇ ਨਾਲ ਸੰਬੰਧਿਤ ਦੱਸੇ ਗਏ ਹੈ, ਜਿਨ੍ਹਾਂ ਦੀ ਉਮਰ 25 ਵਰ੍ਹੇ, 28 ਵਰ੍ਹੇ, 32 ਵਰ੍ਹੇ ਅਤੇ 37 ਵਰ੍ਹੇ ਦੱਸੀ ਗਈ ਹੈ। 6ਵਾਂ ਵਿਅਕਤੀ ਉੱਥੋਂ ਭੱਜਣ ਦੀ ਕੋਸ਼ਿਸ਼ ਵਿੱਚ ਸੀ ਅਤੇ ਭੱਜ ਵੀ ਨਿਕਲਿਆ, ਪਰ ਬਾਅਦ ਦੇ ਵਿੱਚ ਪੁਲਿਸ ਨੇ ਉਸ ਨੂੰ ਦਬੋਚ ਲਿਆ, ਉਸ ਨੂੰ ਗ੍ਰਿਫਤਾਰ ਕਰ ਲਿਆ। ਬਹੁਤ ਵੱਡੇ ਪੱਧਰ ਤੇ ਮਾਮਲਾ ਹੈ ਇਸ ਵਕਤ ਨਸ਼ਿਆਂ ਦਾ ਦੁਨੀਆ ਭਰ ਦੇ ਵਿੱਚ ਹੈ। ਕੋਈ ਚਿੱਟਾ, ਕੋਈ ਕਾਲਾ, ਕੋਈ ਪੀਲਾ, ਕੋਈ ਜਿਸ ਤਰ੍ਹਾਂ ਦਾ ਵੀ ਨਸ਼ਾ ਦੁਨੀਆ 'ਚ ਹੈ। ਹੁਣ ਸਿੰਥੈਟਿਕ ਡਰੱਗ ਤੇ ਜਾਂ ਦੂਸਰੀਆਂ ਡਰੱਗ ਖੇਪ ਬਹੁਤ ਵੱਡੀ ਮਾਤਰਾ ਵਿੱਚ ਦੁਨੀਆ ਵਿੱਚ ਭੇਜੀਆਂ ਜਾਂਦੀਆਂ ਨੇ, ਪਹੁੰਚਾਈਆਂ ਜਾਂਦੀਆਂ ਨੇ, ਸਮਗਲ ਕੀਤੀਆਂ ਜਾਂਦੀਆਂ ਨੇ। ਉਹਨਾਂ ਵਿੱਚੋਂ ਆਹ ਅਫੀਮ ਦੀ ਵੱਡੀ ਡਰੱਗ ਖੇਪ ਬਾਰਡਰ ਸਿਕਿਉਰਿਟੀ ਫੋਰਸ ਦੇ ਅਧਿਕਾਰੀਆਂ ਅਤੇ ਸਰੀ RCMP ਦੇ ਯਤਨਾਂ ਦੇ ਸਦਕਾ ਫੜ ਲਈ ਗਈ ਹੈ। ਅਗਲੀ ਜਿਹੜੀ ਖਬਰ ਹੈ, ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਭਾਈ ਦਿੱਲੀ ਦੇ ਵਿੱਚ ਸਰਕਾਰ ਹੀ ਬਦਲ ਗਈ ਹੈ।
क्योंकि राष्ट्रपति रामनाथ कोविंद ने दिल्ली के उप राजपाल ਦੀਆਂ ਸ਼ਕਤੀਆਂ ਵਧਾਉਣ वाली राष्ट्रीय राजधानी खेतर शासन सोध बिल, जिसनों NCT आख्या जाता है, उसनों मंजूरी दे दी है। संसद के दोवें सदन इसनों पास कर चुके सी। राष्ट्रपति की हुण मंजूरी मिलने तो बाद ये बिल कानून बन गया। लोक सभा दे विच दसना बनता कि यह बिल 22 मार्च नूं, राज सभा दे विच 24 मार्च नूं पास कर दिता गया सी। विरोधियों ने जम के इसकी विरोधता की सी, हंगामे कीते सी, पर सुनदा कौन है? सरकार ने एक सूचना जारी करके दिल्ली सरकार दे राष्ट्रीय राजधानी खेतर शासन सोध बिल 2021 नूं राष्ट्रपति की मंजूरी मिलने का ऐलान कर दिता है। इस नवे बने कानून के नाल हुण दिल्ली दे विच सरकार का भाव, सरकार का मतलब उप राजपाल जानी LG हो गया। सियासी पंडित आख रहे ने, सियासी माहिरां दा कहना है कि दिल्ली विच हुण केजरीवाल की सरकार नहीं, दिल्ली विच LG की सरकार हो गई है। भाव असिधे रूप नाल, इनडायरैक्ट वे दे नाल दिल्ली की सरकार के उत्ते भारतीय जनता पार्टी ने बैकडोर थाई एंट्री कर ली है। अपने आप दे विच ये लोकतंत्र के उत्ते वड्डा हमला वो दस रहे हैं, क्योंकि हुण दिल्ली की सरकार किसी भी कानून नूं लागू करन तो पहलां उप राजपाल की राय जरूर लवेगी, उहदे तो बगैर कोई कानून लागू कर नहीं सकेगी। दिल्ली के मुख्यमंत्री अरविंद केजरीवाल ने इस बिल ते नाराज़गी प्रगटाई है। उन्होंने इस फैसले को दिल्ली की जनता का सिद्ध मसिद्धा अपमान दस्सिया है। बिल के पास होने ते कांग्रेस समेत सारिया ही विरोधी धिरां ने मोदी सरकार ते जम के हमला किया सी। उत्थे ही दिल्ली के उप मुख्यमंत्री सिसोदिया ने ट्वीट करते हुए कहा है कि अज लोकतंत्र के वास्ते एक काला दिन है। दिल्ली की जनता वालों चुनी गई सरकार के अधिकारां नूं खोलिया गया है अते ओह दिल्ली की चुनी हुई सरकार तो अधिकार खो के LG जिहड़ा एक अपॉइंटेड है ते इस वक्त मोदी सरकार वालों अपॉइंट किया गया व्यक्ति, उस व्यक्ति को सारे अधिकार सौंप दिते गए ने। भाव दिल्ली की सरकार दीयां शक्तियां खो के एक नियुक्त किए व्यक्ति दे दित्तियां गईयां ने। उन्होंने आख्या कि संसद का इस्तेमाल लोकतंत्र के कतल वास्ते किया गया है, जिसनों साडे लोकतंत्र का मंदिर आख्या जाता है। वो कहते दिल्ली के लोग इस तानाशाही विरुद्ध लड़नगे। पर मैं बीते दिनों में भी जिक्र करता रहा, कई बारी बाकी सूबियां दे मंत्री मुख्यमंत्री बोलते रही कि कोई गल नहीं, दिल्ली वाले नाल धक्का हुंदा है, पर पता उदों ही लगता जब पंछी पिंजरे विच घिर जाता है। अज दिल्ली वाले की शक्ति खोही है, शक्तिहीन किया, तो कल नूं होरनां सूबियां वाले मुख्यमंत्री भी तैयार रहन। इस मसले के उत्ते होना तो यह चाहिए कि सिर्फ विरोधी धिरां नूं नहीं, सत्ताधारी धिर दे लोकां नूं, नुमाइंदियां नूं भी कहना चाहिए है कि असल दे विच इंज होना नहीं चाहिए। जे सारियां ताकतां, सारियां शक्तियां एक अपॉइंटेड नूं, भाव उप राजपाल नूं, LG नूं देणियां ने, फिर वक्खो वक् कॉन्स्टिट्यूएंसीज़ दे विच, हलकियां दे विच MLA जिताउण दा की फायदा? उन्हां नूं तनखाहां भी दित्तियां जांदियां ने, वो सैशन भी बुलाउंदे आ ते वो राज भी चलाउंदे आ ते लोक उन्हां तो जवाब भी मंगदे आ। हुण जदों वो लोक हित दे विच कोई कानून बनाउणा चाहणगे, जिहदी मैं ताज़ा उदाहरण दे सकदा, बीते दिनों के विच दिल्ली के मुख्यमंत्री अरविंद केजरीवाल ने मुख्यमंत्री घर घर राशन प्रोग्राम ये बनाया सी, पर ये उत्ते केंद्र सरकार ने रोक ला दी। वो कहते सानू ये मंजूर नहीं, कारण की? कहते लोड़वंदां नूं राशन देना पर मुख्यमंत्री का नाम विच क्यों है? ये मतलब लोग केजरीवाल दी बल्ले बल्ले करनगे, गां वोटां इन्हां नूं मिलणगीआं। ये उत्ते सवाल वड्डा यह है कि प्रधानमंत्री के नाम से कितनियां योजनावां चलदियां ने। जे प्रधानमंत्री के नाम से योजनावां चल सकदियां ने तो फिर किसी सूबे के मुख्यमंत्री के नाम से क्यों नहीं चल सकदियां? पर केजरीवाल कहते कोई गल नहीं, तुहानूं मुख्यमंत्री शब्द तो इतराज़ आ, उन्होंने मुख्यमंत्री शब्द हटा दिता। वो कहते घर घर राशन योजना आ चक्को, हुण दसो कहते किहड़ा इतराज़ करोगे? पर वो कहते लोड़वंद जिन्होंने जरूरत है असीं उन्होंने कणक नहीं देनी, हुण सगों आटा दिया करांगे, वो भी गुणवत्ता वाला, बाकी लोड़ींदियां चीज़ां दिया करांगे। कहण दा भाव कि समय समय ते रोकां लाईयां जा रहीआं ने, पर वो फिर भी बंदा नंगे धड़ होकर लड़ रहा है। अगली खबर, होला महला ते होली मनाए जा चुके ने। होली के बाबत भी तुहाडे नाल खबर साझी करनी है, पर होले महल्ले ते एक खास अपील की गई है, क्योंकि होले महल्ले ते श्री आनंदपुर साहब दे विच किसानी कॉन्फ्रेंस की गई है। उन्होंने संबोधन किया वक्खो वक् बुलारियां ने, वक्खो वक् किसान लीडरां ने। बुलारियां ने जिथे केंद्र सरकार नूं जम के भंडिया,
ਉੱਥੇ ਭਾਜਪਾ ਤੇ ਭਾਜਪਾਈਆਂ ਦਾ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਵੀ ਦੇ ਦਿੱਤਾ। ਬੁਲਾਰਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਾਨਾਸ਼ਾਹ ਹਾਕਮ ਦੇ ਵਜੋਂ ਦੁਨੀਆ ਭਰ ਵਿੱਚ ਮਸ਼ਹੂਰ ਹੋਣ ਦੀ ਗੱਲ ਵੀ ਆਖੀ। ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਕੀਰਤਪੁਰ ਸਾਹਿਬ ਮੁੱਖ ਮਾਰਗ ਦੇ ਉੱਤੇ ਮਾਤਾ ਨਾਨਕੀ ਹਸਪਤਾਲ ਦੇ ਨਜ਼ਦੀਕ ਇਹ ਕਾਨਫਰੰਸ ਹੋਈ, ਜਿਸ ਦੇ ਵਿੱਚ ਮੁੱਖ ਤੌਰ ਤੇ ਬਲਵੀਰ ਸਿੰਘ ਰਾਜੇਵਾਲ ਸੀ, ਹਰਿੰਦਰ ਸਿੰਘ ਲੱਖੋਵਾਲ ਸੀ, ਰੁਲਦੂ ਸਿੰਘ ਮਾਨਸਾ, ਅਦਾਕਾਰ ਅਤੇ ਸਥਾਨਕ ਇਕਾਈ ਦੇ ਸਰਪ੍ਰਸਤ ਯੋਗਰਾਜ ਸਿੰਘ, ਮਨਜੀਤ ਸਿੰਘ ਰਾਏ, ਕੁਲਦੀਪ ਸਿੰਘ ਵਜੀਦਪੁਰ, ਸ਼ਮਸ਼ੇਰ ਸਿੰਘ ਤੇ ਹੋਰ ਕਈ ਕਿਸਾਨ ਆਗੂ ਪਹੁੰਚੇ ਹੋਏ ਸੀ। ਕਾਨਫਰੰਸ ਬਹੁਤ ਵੱਡੀ ਸੀ। ਸੰਬੋਧਨ ਦੇ ਵਿੱਚ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਕਾਰਪੋਰੇਟ ਘਰਾਣਿਆਂ ਦੇ ਕੋਲ ਗਹਿਣੇ ਰੱਖ ਦਿੱਤਾ ਹੈ। ਉਹਨਾਂ ਸਿਆਸਤਦਾਨਾਂ ਦੇ ਵਪਾਰਕ ਘਰਾਣਿਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਕਹਿੰਦੇ ਕਿ ਜਿਨ੍ਹਾਂ ਨੇ ਆਮ ਜਨਤਾ ਵਾਸਤੇ ਕੁਝ ਨਹੀਂ ਕੀਤਾ, ਉਹ ਲੋਕ ਅੱਜ ਭਾਰਤ ਤੇ ਰਾਜ ਕਰ ਰਹੇ ਨੇ। ਕਹਿੰਦੇ ਮੈਂ ਇਹ ਗੱਲ ਤੁਹਾਨੂੰ ਦੱਸਣੀ ਚਾਹੁੰਦਾ। ਉਹ ਕਹਿੰਦੇ ਜਦੋਂ ਕਿ ਗਰੀਬ, ਕਿਸਾਨ, ਮਜ਼ਦੂਰ, ਮੁਲਾਜ਼ਮ ਇਹ ਵਿਚਾਰੇ ਪੀਸੇ ਜਾ ਰਹੇ ਨੇ। ਉਹਨਾਂ ਕੇਂਦਰ ਸਰਕਾਰ ਦੀ ਭਾਜਪਾ ਸਰਕਾਰ ਦੇ IT ਸੈੱਲ ਤੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੇ ਦੋਸ਼ ਵੀ ਲਾਏ। ਉਹਨਾਂ ਕਿਹਾ ਕਿ ਅੱਜ ਜਿੱਥੇ ਭਾਜਪਾ ਭਾਰਤ ਅੰਦਰ ਖਾਤਮੇ ਵੱਲ ਵਧ ਰਹੀ ਹੈ, ਉੱਥੇ ਹੀ ਨਰਿੰਦਰ ਮੋਦੀ ਇੱਕ ਤਾਨਾਸ਼ਾਹ ਹਾਕਮ ਦੇ ਤੌਰ ਤੇ ਦੁਨੀਆ ਭਰ ਦੇ ਵਿੱਚ ਜਾਣਿਆ ਜਾਣ ਲੱਗ ਪਿਆ। ਇਸੇ ਹੀ ਪ੍ਰੈਸ ਕਾਨਫਰੰਸ ਨੂੰ, ਇਸੇ ਹੀ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਸਬਰ ਨੂੰ ਪਰਖ ਰਹੀ ਹੈ, ਪਰ ਕਿਸਾਨ ਪਹਿਲਾਂ ਹੀ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਗਏ ਸੀ, ਜਦੋਂ ਕਿ ਅਗਾਂਹ ਦੀ ਤਿਆਰੀ ਉਹ ਮੁਕੰਮਲ ਤੌਰ ਤੇ ਵਿੱਢੀ ਬੈਠੇ ਹੈ। ਜਿੱਤੇ ਬਗੈਰ ਕਹਿੰਦੇ ਵਾਪਸ ਅਸੀਂ ਨਹੀਂ ਪਰਤਣਾ। ਰੁਲਦੂ ਸਿੰਘ ਮਾਨਸਾ ਹੋਰਾਂ ਨੇ ਆਪਣੀ ਅਪੀਲ ਕੀਤੀ ਪੰਜਾਬੀਆਂ ਨੂੰ, ਭਾਰਤੀਆਂ ਨੂੰ। ਉਹ ਕਹਿੰਦੇ ਭਾਰਤੀ ਜਨਤਾ ਪਾਰਟੀ ਆਪਣਾ ਆਧਾਰ ਖਤਮ ਕਰ ਚੁੱਕੀ ਹੈ, ਗਵਾ ਚੁੱਕੀ ਹੈ। ਇਸ ਲਈ ਹੁਣ ਸਾਰੇ ਪੰਜਾਬੀ ਭਾਜਪਾ ਤੇ ਭਾਜਪਾਈਆਂ ਦਾ ਸਮਾਜਿਕ ਬਾਈਕਾਟ ਕਰਨ। ਭਾਜਪਾ ਵਿਧਾਇਕ ਨੂੰ ਅਲਫ ਨੰਗਾ ਕਰਕੇ ਕੁੱਟਮਾਰ ਕਰਨ ਦੀ ਉਹਨਾਂ ਨੇ ਨਿੰਦਿਆ ਕੀਤੀ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਉਦੋਂ ਹੁੰਦੀਆਂ ਨੇ ਜਦੋਂ ਲੋਕਾਂ ਦੇ ਵਿੱਚ ਗੁੱਸਾ ਹੁੰਦਾ, ਜਦੋਂ ਉਹਨਾਂ ਦੀ ਗੱਲ ਸੁਣੀ ਨਹੀਂ ਜਾਂਦੀ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਜਿਵੇਂ ਉਹਨਾਂ ਨੇ ਕਰੋਨਾ ਦੀ ਆੜ ਹੇਠ ਪੰਜਾਬ ਦੇ ਸਕੂਲਾਂ ਨੂੰ ਬੰਦ ਕੀਤਾ ਹੈ, ਉਸੇ ਹੀ ਤਰਜ਼ ਤੇ ਪੰਜਾਬ ਦੇ ਵਿੱਚੋਂ ਠੇਕੇ ਵੀ ਬੰਦ ਕਰਵਾਉਣ। ਹੁਣ ਵੇਖਦੇ ਹਾਂ ਕਿ ਉਹਨਾਂ ਦੀ ਅਪੀਲ ਦੇ ਉੱਤੇ ਕੋਈ ਅਸਰ ਕੈਪਟਨ ਅਮਰਿੰਦਰ ਸਿੰਘ ਕਰਦੇ ਹੈ ਜਾਂ ਨਹੀਂ ਕਰਦੇ। ਜਿਸ ਤਰ੍ਹਾਂ ਰੁਲਦੂ ਸਿੰਘ ਮਾਨਸਾ ਹੋਰਾਂ ਨੇ ਆਖਿਆ ਕਿ ਲੋਕਾਂ ਦਾ ਗੁੱਸਾ ਹੈ, ਪਰ ਉਹਨਾਂ ਨੇ ਅਰੁਣ ਨਾਰੰਗ ਤੇ ਹੋਏ ਹਮਲੇ ਦੀ ਨਿੰਦਿਆ ਵੀ ਕੀਤੀ ਹੈ। ਇਸੇ ਤਰ੍ਹਾਂ ਦੀ ਲਗਭਗ ਮਿਲਦੀ ਜੁਲਦੀ ਗੱਲ ਆਮ ਆਦਮੀ ਪਾਰਟੀ ਨੇ ਵੀ ਆਖੀ ਹੈ। ਆਮ ਆਦਮੀ ਪਾਰਟੀ ਨੇ ਭਾਜਪਾ ਵਿਧਾਇਕ ਨਾਰੰਗ ਦੇ ਨਾਲ ਜਿਹੜੀ ਘਟਨਾ ਵਾਪਰੀ ਆ ਉਹ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਹ ਕਹਿੰਦੇ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਸ਼ਾਂਤਮਈ ਤਰੀਕੇ ਨਾਲ ਆਪਣੇ ਅੰਦੋਲਨ ਨੂੰ ਅੱਗੇ ਵਧਾਉਂਦੇ ਰਹਿਣ। ਅਸਲ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਹਰਪਾਲ ਸਿੰਘ ਚੀਮਾ, ਉਹਨਾਂ ਨੇ ਕਿਹਾ ਕਿ ਲੋਕਤੰਤਰਿਕ ਮੁਲਕ ਦੇ ਵਿੱਚ ਹਰੇਕ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ, ਆਪਣੀ ਗੱਲ ਰੱਖਣ ਦਾ ਹੱਕ ਹੈ। ਇਸ ਲਈ ਦੋਵੇਂ ਧਿਰਾਂ ਦੇ ਵੱਲੋਂ ਬਰਾਬਰ ਵਾਰਤਾਲਾਪ ਹੋਣੀ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਬੀਤੇ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਤੇ ਉਹਦੀ ਤਾਕਤ ਵੀ ਸ਼ਾਂਤਮਈ ਅੰਦੋਲਨ ਹੈ। ਉਹ ਕਹਿੰਦੇ ਇਸ ਅੰਦੋਲਨ ਵਿੱਚ ਹੁਣ ਤੱਕ ਕੋਈ ਵੀ ਅਣਸੁਖਾਵੀਂ ਘਟਨਾ ਵਾਪਰੀ ਨਹੀਂ। ਇਸੇ ਹੀ ਕਰਕੇ ਇਹ ਅੰਦੋਲਨ ਅੱਜ ਦੁਨੀਆ ਦਾ ਸਭ ਤੋਂ ਵੱਡਾ ਅਤੇ ਸ਼ਾਂਤਮਈ ਢੰਗ ਨਾਲ ਚੱਲਣ ਵਾਲਾ ਅੰਦੋਲਨ ਬਣ ਚੁੱਕਿਆ ਹੈ। ਉਹ ਕਹਿੰਦੇ ਅੰਦੋਲਨ ਨੂੰ ਆਪਣੀ ਜਿੱਤ ਤੱਕ ਅੱਗੇ ਵਧਾਉਣ ਦੇ ਵਾਸਤੇ ਕਿਸਾਨਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਕਈ ਮਹੀਨਿਆਂ ਤੋਂ ਦਿਨ ਰਾਤ ਇੱਕ ਕਰੀ ਬੈਠਾ ਤੇ ਸੜਕਾਂ ਤੇ ਬੈਠਾ ਹੈ, ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ। ਠੰਡ ਵੀ ਚੱਲ ਰਿਹਾ ਤੇ ਹੁਣ ਗਰਮੀ 'ਚ ਵੀ ਸੜ ਰਿਹਾ। ਪਰ ਕਹਿੰਦੇ ਕੁਝ ਭਾਜਪਾ ਦੇ ਆਗੂ ਨੇ ਕਿਸਾਨਾਂ ਦੇ ਵਿਰੁੱਧ ਬਹੁਤ ਮੰਦਭਾਗੀ ਭਾਸ਼ਾ ਦੀ ਵਰਤੋਂ ਕਰ ਰਹੇ ਹੈ। ਭਾਜਪਾ ਆਗੂ ਨੇ ਕਿਸਾਨਾਂ ਨੂੰ ਅੱਤਵਾਦੀ ਕਿਹਾ, ਪਾਕਿਸਤਾਨੀ ਕਿਹਾ, ਗਦਾਰ ਆਖਿਆ, ਪਤਾ ਨਹੀਂ ਕਹਿੰਦੇ ਕਿਹੜੇ-ਕਿਹੜੇ ਸ਼ਬਦ ਵਰਤ ਦਿੱਤੇ, ਜਿਸ ਕਾਰਨ ਲੋਕਾਂ ਦੇ ਵਿੱਚ ਬਹੁਤ ਗੁੱਸਾ ਹੈ ਅਤੇ ਉਹ ਭਾਜਪਾ ਦਾ ਵਿਰੋਧ ਵੀ ਥਾਂ-ਥਾਂ ਤੇ ਕਰ ਰਹੇ ਹੈ। ਮੋਦੀ ਸਰਕਾਰ ਦੇ ਵੱਲੋਂ ਕਹਿੰਦੇ ਖੇਤੀ ਬਾਰੇ ਕਾਲੇ ਕਾਨੂੰਨ ਵਾਪਸ ਨਾ ਲੈ ਕੇ ਪੰਜਾਬ ਵਿੱਚ ਇੱਕ ਭਾਈਚਾਰਕ ਸਾਂਝ ਤੋੜਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਮੋਦੀ ਸਰਕਾਰ ਦਾ ਅੜੀਅਲ ਰਵੱਈਆ, ਉਹ ਕਹਿੰਦੇ ਜਿੱਥੇ ਦੇਸ਼ ਦੀ ਤਰੱਕੀ ਦੇ ਰਾਹ ਤੋਂ ਉਸ ਨੂੰ ਲਾਂਭੇ ਕਰ ਰਿਹਾ, ਲਾ ਰਿਹਾ, ਉੱਥੇ ਹੀ ਆਪਸੀ ਭਾਈਚਾਰਕ ਸਾਂਝ ਨੂੰ ਵੀ ਤੋੜ ਰਿਹਾ। ਉਹਨਾਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਤੁਰੰਤ ਕਾਲੇ ਕਾਨੂੰਨ ਰੱਦ ਕਰੇ। ਉਹਨਾਂ ਪੰਜਾਬ ਦੇ ਭਾਜਪਾ ਆਗੂਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੰਜਾਬੀ ਹੋਣ ਦਾ ਸਬੂਤ ਦੇਣ। ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨ ਨੂੰ ਰੱਦ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਜਾ ਕੇ ਆਵਾਜ਼ ਉਠਾਉਣ
ਅਤੇ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਿੱਚ ਖੜਨ। ਤੁਸੀਂ ਦੇਖੋ ਕਿ ਜਿੰਨੀਆਂ ਉਹਨਾਂ ਨੇ ਗੱਲਾਂ ਆਖੀਆਂ ਨੇ, ਗੱਲਾਂ ਤਰਕ ਨਾਲ ਆਖੀਆਂ ਨੇ। ਅੱਗੇ ਚੱਲ ਕੇ ਇਸੇ ਖਬਰ ਦਾ ਇੱਕ ਹੋਰ ਤੋੜ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਹੈ, ਪਰ ਲੱਗਦੇ ਹੱਥ ਹਰਿਆਣੇ ਵਾਲਾ ਹਿਸਾਬ ਵੀ ਕਰ ਚੱਲੀਏ। ਹਰਿਆਣੇ ਦਾ ਕਿਸਾਨ ਵੀ ਲਗਾਤਾਰ ਇਹਨਾਂ ਕਾਨੂੰਨਾਂ ਦੀ ਵਿਰੋਧਤਾ ਕਰ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਸਿਰਸਾ ਦੇ ਵਿੱਚ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਕਿਸਾਨਾਂ ਦੇ ਵੱਲੋਂ ਘਰ ਘੇਰ ਲਿਆ ਗਿਆ। ਚੌਟਾਲਾ ਦੇ ਘਰ ਦੇ ਬਾਹਰ ਟੈਂਟ ਲੱਗਿਆ ਹੋਇਆ, ਕਿਸਾਨ ਕਹਿੰਦੇ ਆ ਟੈਂਟ ਵੀ ਪੁੱਟੋ। ਹਾਲਾਤ ਸੁਖਾਵੇਂ ਕਰਨ ਵਾਸਤੇ ਪੁਲਿਸ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਉਸ ਤੋਂ ਬਾਅਦ ਦੁਸ਼ਯੰਤ ਚੌਟਾਲਾ ਨੇ ਇੱਕ ਬਿਆਨ ਦਿੱਤਾ। ਉਹ ਕਹਿੰਦੇ ਹਿੰਸਾ ਤੇ ਉਤਰਨ ਵਾਲੇ ਆ ਕਿਸਾਨਾਂ ਦੀ ਜਿਹੜੀ ਕਾਰਵਾਈ ਕੀਤੀ ਗਈ ਆ, ਉਹਨਾਂ ਨੇ ਜਿਹੜੀ ਕੀਤੀ ਹੈ, ਉਹ ਕਹਿੰਦੇ ਇਹਨਾਂ ਨੂੰ ਹੋਰ ਤਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਮੈਂ ਇਹ ਜ਼ਰੂਰ ਕਹਾਂਗਾ ਕਿ ਇਹ ਲੋਕ ਹੁਣ ਕਿਸਾਨ ਸਭਾ ਨਹੀਂ ਕਰ ਰਹੇ, ਸਗੋਂ ਹੁਣ ਇਹ ਰਾਜਨੀਤਿਕ ਸਭਾਵਾਂ ਦੇ ਵਿੱਚ ਤਬਦੀਲ ਹੋ ਚੁੱਕੀ ਹੈ। ਦੁਸ਼ਯੰਤ ਚੌਟਾਲਾ ਨੇ ਇਹ ਵੀ ਕਿਹਾ ਕਿ ਇਹਨਾਂ ਲੋਕਾਂ ਦਾ ਜਵਾਬ ਮੈਂ ਸਿਰਫ ਇਹੀ ਦੇਣਾ ਚਾਹੁੰਦਾ ਹੈ ਕਿ ਸੀਜ਼ਨ ਦੇ ਵਿੱਚ 6 ਫਸਲਾਂ ਤੇ MSP ਦਿਆਂਗੇ ਤੇ ਉਹ ਫਸਲ ਖਰੀਦ ਕੇ ਅਸੀਂ ਇਹਨਾਂ ਨੂੰ ਜਵਾਬ ਦਿਆਂਗੇ। ਕਿਆ ਦੇਖੋ, ਤੁਸੀਂ ਕਹਿੰਦੇ ਹੋ ਕਿ MSP ਅਸੀਂ ਦੇ ਨਹੀਂ ਰਹੇ, ਅਸੀਂ ਫਸਲਾਂ MSP ਤੇ ਖਰੀਦ ਕੇ ਇਹਨਾਂ ਨੂੰ ਬਣਦਾ ਢੁਕਵਾਂ ਜਵਾਬ ਦਿਆਂਗੇ। ਜਿਹੜੀ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਐਤਵਾਰ ਦੀ ਸ਼ਾਮ ਸਿਰਸਾ ਪਹੁੰਚੇ। ਕਿਸਾਨਾਂ ਨੂੰ ਸੂਹ ਮਿਲ ਗਈ। ਦੂਸਰੇ ਦਿਨ ਦੀ ਸਵੇਰ ਭਾਵ ਸੋਮਵਾਰ ਦੀ ਸਵੇਰ ਹੋਣ ਨਾ ਦਿੱਤੀ। ਹੌਲੀ ਹੌਲੀ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚਣੇ ਸ਼ੁਰੂ ਹੋ ਗਏ। ਬਰਨਾਲਾ ਰੋਡ ਤੇ ਸਿਰਸਾ ਦੇ ਵਿੱਚ ਉਹਨਾਂ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਕਿਸਾਨ ਆ ਗਏ। ਕਿਸਾਨ ਆਖ ਰਹੇ ਸਨ ਕਿ 300 ਤੋਂ ਜ਼ਿਆਦਾ ਕਿਸਾਨ ਹੁਣ ਤੱਕ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਆ। ਆ ਦੂਸਰੇ ਪਾਸੇ ਉਪ ਮੁੱਖ ਮੰਤਰੀ ਲੱਡੂ ਵੰਡ ਰਹੇ ਆ। ਕਿਹੜੀ ਖੁਸ਼ੀ 'ਚ ਵੰਡ ਰਹੇ ਆ? ਕਹਿੰਦੇ 4 ਮਹੀਨੇ ਕਹਿੰਦੇ ਸਾਨੂੰ ਦਿੱਲੀ ਦੀਆਂ ਸੜਕਾਂ ਤੇ ਬੈਠਿਆਂ ਨੂੰ ਹੋ ਗਏ। ਦਿਨ ਰਾਤ ਅਸੀਂ ਉੱਥੇ ਇੱਕ ਕੀਤਾ ਹੋਇਆ। ਕਿਸਾਨ ਆਪਣੀਆਂ ਸ਼ਹੀਦੀਆਂ ਦੇ ਰਹੇ ਆ, ਪਰ ਆਹ ਸਰਕਾਰ ਤੇ ਕੇਂਦਰ ਦੀ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਪਈ ਆ। 2 ਸ਼ਬਦ ਵੀ ਨਹੀਂ ਬੋਲ ਰਹੇ। ਕਿਸਾਨਾਂ ਦੇ ਭਾਰੀ ਇਕੱਠ ਅਤੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਫਿਰ ਬਹੁਤ ਵੱਡੀ ਗਿਣਤੀ ਵਿੱਚ ਉੱਥੇ ਪੁਲਿਸ ਵੀ ਤਾਇਨਾਤ ਕਰ ਦਿੱਤੀ ਗਈ, ਬੈਰੀਕੇਡਿੰਗ ਕਰ ਦਿੱਤੀ ਗਈ। ਕਿਸਾਨਾਂ ਨੂੰ ਦੁਸ਼ਯੰਤ ਚੌਟਾਲਾ ਦੇ ਘਰ ਜਾਣ ਤੋਂ ਰੋਕਣਾ ਸ਼ੁਰੂ ਕਰ ਦਿੱਤਾ ਗਿਆ। ਕਿਸਾਨ ਧਰਨਾ ਮਾਰ ਕੇ ਸੜਕ ਤੇ ਬੈਠ ਗਏ। ਕਿਸਾਨ ਕਹਿੰਦੇ ਜਿੰਨੀ ਦੇਰ ਤੱਕ ਇਹ ਲੋਕ ਭਾਵੇਂ ਜਜਪਾ ਵਾਲੇ ਨੇ ਭਾਵੇਂ ਭਾਜਪਾ ਵਾਲੇ ਨੇ, ਜਿੰਨੀ ਦੇਰ ਤੱਕ ਸਾਡੀ ਗੱਲ ਨਹੀਂ ਸੁਣਦੇ, ਜਿੰਨੀ ਦੇਰ ਤੱਕ ਸਾਡੀ ਆਵਾਜ਼ ਕੇਂਦਰ ਸਰਕਾਰ ਤੱਕ ਨਹੀਂ ਪਹੁੰਚਾਉਂਦੇ, ਅਸੀਂ ਜਿੱਥੇ ਜਿੱਥੇ ਵੀ ਪਤਾ ਲੱਗਿਆ ਕਿ ਭਾਜਪਾ ਆਗੂ ਆਪਣੇ ਘਰ 'ਚ ਆਇਆ ਜਾਂ ਭਾਜਪਾ ਆਗੂ ਆਪਣੇ ਦਫ਼ਤਰ 'ਚ ਗਿਆ, ਇਸੇ ਤਰ੍ਹਾਂ ਜਜਪਾ ਵਾਲੇ ਉੱਥੇ ਉੱਥੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ, ਇਹਨਾਂ ਨੂੰ ਘੇਰਾ ਕਰਾਂਗੇ, ਘੇਰਾ ਪਾਵਾਂਗੇ। ਤੇ ਜੇਕਰ ਤਾਂ ਵੀ ਗੱਲ ਨਾ ਬਣਦੀ ਦੇਖੀ ਤਾਂ ਅਸੀਂ ਇਹਨੂੰ ਹੋਰ ਤਿੱਖਾ ਕਰਾਂਗੇ ਤੇ ਅਸੀਂ ਇਹਨਾਂ ਨੂੰ ਬੰਦੀ ਬਣਾਉਣਾ ਵੀ ਸ਼ੁਰੂ ਕਰਾਂਗੇ। ਤੇ ਉਧਰ ਮੈਂ ਹੋਲੇ ਮਹੱਲੇ ਦੀ ਗੱਲ ਕਰ ਰਿਹਾ ਸੀ। ਹੋਲੇ ਮਹੱਲੇ ਦੀ ਸਮਾਪਤੀ ਹੋ ਗਈ ਹੈ, ਪਰ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਪਹੁੰਚੇ ਹੋਏ ਸੀ। ਉਹਨਾਂ ਨੇ ਬਹੁਤ ਵੱਡਾ ਬਿਆਨ ਦਿੱਤਾ ਹੈ। ਹੋਲੇ ਮਹੱਲੇ ਦਾ ਆਖਰੀ ਦਿਨ ਸੀ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਹੁੰਚੇ ਹੋਏ ਸੀ। ਉਹਨਾਂ ਨੇ ਖਾਸ ਕਰਕੇ ਸਿੱਖਾਂ ਅਤੇ ਭਾਰਤ ਦੀ ਸਮੁੱਚੀ ਜਨਤਾ ਨੂੰ ਸੁਚੇਤ ਕੀਤਾ। ਉਹ ਕਹਿੰਦੇ ਭਾਜਪਾ ਧਰਮ ਦੇ ਆਧਾਰ ਤੇ ਵੰਡੀਆਂ ਪਾਉਣ ਦਾ ਇਸ ਵਕਤ ਕੰਮ ਕਰ ਰਹੀ ਹੈ, ਜਿਹਦੇ ਤੋਂ ਸਾਨੂੰ ਇਸ ਵਕਤ ਬਚਣ ਦੀ ਸਖਤ ਜ਼ਰੂਰਤ ਹੈ। ਉਹ ਕਹਿੰਦੇ ਇਸ ਤੋਂ ਵੀ ਅਫਸੋਸ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਅੱਜ ਪ੍ਰੈਸ, ਮੀਡੀਆ, ਨਿਆਂਪਾਲਿਕਾ, ਪੁਲਿਸ, ਪ੍ਰਸ਼ਾਸਨ ਸਭ ਕੁਝ ਇੱਕ ਕਿਸਮ ਦਾ ਵਿਕਾਊ ਹੋ ਚੁੱਕਿਆ ਜਾਂ ਉਹਦੇ ਉੱਤੇ ਰਾਜਨੀਤੀ ਭਾਰੂ ਹੋ ਚੁੱਕੀ ਹੈ, ਜਿਸ ਕਰਕੇ ਕਹਿੰਦੇ ਇਸ ਵਕਤ ਘੱਟ ਗਿਣਤੀਆਂ ਦੇ ਵਾਸਤੇ ਖਤਰੇ ਵਾਲਾ ਮਾਹੌਲ ਸਿਰਜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਧਰਮ ਰਾਜਨੀਤੀ ਤੋਂ ਉੱਪਰ ਹੋਣਾ ਚਾਹੀਦਾ ਸੀ, ਪਰ ਕਹਿੰਦੇ ਸਿਆਸਤ ਉੱਚੀ ਹੋਈ ਫਿਰਦੀ ਹੈ। ਸਿਆਸਤ ਤੋਂ ਉੱਪਰ ਸਮਾਜ ਵੀ ਹੁੰਦਾ ਹੈ ਤੇ ਹੋਣਾ ਵੀ ਚਾਹੀਦਾ ਹੈ, ਪਰ ਲੋਕਾਂ ਨਾਲ ਥਾਂ ਥਾਂ ਦੇ ਉੱਤੇ ਧੱਕਾ ਹੋ ਰਿਹਾ, ਧੋਖਾ ਧੜੀ ਹੋ ਰਹੀ ਹੈ। ਜੇ ਸਮਾਜ ਉੱਚਾ ਰਹੇ ਰਾਜਨੀਤੀ ਤੋਂ, ਜੇ ਧਰਮ ਕਹਿੰਦੇ ਉੱਚਾ ਰਹੇ ਰਾਜਨੀਤੀ ਤੋਂ, ਫਿਰ ਲੋਕਾਂ ਨਾਲ ਧੱਕੇ ਅਤੇ ਧੋਖੇ ਨਹੀਂ ਹੋ ਸਕਦੇ। ਉਹ ਕਹਿੰਦੇ ਅਜੋਕੇ ਸਮੇਂ ਦੇ ਅੰਦਰ ਭਾਰਤੀ ਜਨਤਾ ਪਾਰਟੀ ਧਰੁਵੀਕਰਨ ਦੀ ਰਾਜਨੀਤੀ ਅਪਣਾ ਰਹੀ ਹੈ, ਜਿਸ ਦੇ ਕਾਰਨ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਵਾਸਤੇ ਵੱਡਾ ਖਤਰਾ ਹੈ। ਉਹਨਾਂ ਕਿਹਾ ਕਿ ਭਾਰਤ ਅੰਦਰ ਹਰੇਕ ਸੰਸਥਾ ਦਾ ਸਿਆਸੀਕਰਨ ਹੋ ਚੁੱਕਿਆ, ਰਾਜਸੀਕਰਨ ਹੋ ਚੁੱਕਿਆ ਹੈ, ਜਿਸ ਵਿੱਚ ਭਾਰਤ ਦੀਆਂ ਅਦਾਲਤਾਂ ਵੀ, ਚੋਣ ਕਮਿਸ਼ਨ ਵੀ, ਇੱਥੋਂ ਤੱਕ ਪ੍ਰੈਸ ਵੀ ਸ਼ਾਮਲ ਹੈ। ਇਸ ਕਰਕੇ ਕਹਿੰਦੇ ਸਾਨੂੰ ਸਾਰਿਆਂ ਨੂੰ ਇਹਨਾਂ ਸੰਸਥਾਵਾਂ ਦੀ ਪਹਿਰੇਦਾਰੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਸਿਆਸੀ ਸੌੜੇ ਹਿੱਤਾਂ ਲਈ ਘੱਟ ਗਿਣਤੀਆਂ ਤੇ ਹਮਲੇ ਕਰ ਰਹੀ ਹੈ, ਜੋ ਕਿ ਅਜਿਹੇ ਦੌਰ ਦੇ ਵਿੱਚ ਸਾਰੀਆਂ ਹੀ ਘੱਟ ਗਿਣਤੀਆਂ ਵਾਸਤੇ ਘਾਤਕ ਸਿੱਧ ਹੋ ਰਹੇ ਨੇ। ਇਸ ਲਈ ਕਹਿੰਦੇ ਆਓ ਘੱਟ ਗਿਣਤੀਆਂ ਤੇ ਇਨਸਾਫ ਪਸੰਦ ਲੋਕ ਇੱਕ ਮੰਚ ਤੇ ਇਕੱਠੇ ਹੋਈਏ
ਅਤੇ ਇਹਨਾਂ ਤਾਕਤਾਂ ਦੀ ਰੱਜ ਕੇ ਵਿਰੋਧਤਾ ਕਰੀਏ। ਤੁਸੀਂ ਦੇਖੋ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸੁਨੇਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਲੇ ਮਹੱਲੇ ਵਾਲੇ ਦਿਨ ਸੰਗਤਾਂ ਨੂੰ ਆਹ ਸੰਦੇਸ਼ ਦੇ ਰਹੇ ਹੋਣ, ਤੇ ਦੂਸਰੇ ਪਾਸੇ ਕਿਸਾਨ ਵੀ ਮਜ਼ਦੂਰ ਵੀ ਇਹੋ ਹੀ ਗੱਲ ਆਖ ਰਹੇ ਨੇ। ਪਰ ਪਤਾ ਨਹੀਂ ਕਦੋਂ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਣੀ ਹੈ। ਅਗਲੀ ਗੱਲ, ਹੋਲੇ ਦੇ ਨਾਲ ਹੋਲੀ ਦੀ ਵੀ ਮੁਕਾ ਲਈਏ, ਕਿਉਂਕਿ ਹੋਲੀ ਵੱਡੇ ਪੱਧਰ ਤੇ ਸਮੁੱਚੇ ਭਾਰਤ ਦੇ ਵਿੱਚ ਮਨਾਈ ਜਾ ਰਹੀ ਹੈ। ਉਹਦੇ ਰੰਗ ਵੱਖਰੇ ਹੋ ਸਕਦੇ, ਉਹਦੇ ਢੰਗ ਵੱਖਰੇ ਹੋ ਸਕਦੇ ਆ। ਕੁੰਡਲੀ ਸਮੇਤ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਦੇ ਉੱਤੇ ਤਿੰਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੇ ਕਿਸਾਨਾਂ ਨੇ ਹੋਲੀ ਦੇ ਮੌਕੇ ਦੇ ਉੱਤੇ, ਹੋਲਕਾ ਦਹਨ ਦੇ ਮੌਕੇ ਦੇ ਉੱਤੇ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਗਟਾਇਆ। ਸ਼ਾਇਦ ਤੁਹਾਨੂੰ ਯਾਦ ਹੋਵੇ, ਲੋਹੜੀ ਵਾਲੇ ਦਿਨ ਵੀ ਇੰਝ ਹੀ ਕੀਤਾ ਗਿਆ ਸੀ। ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਕਿ ਉਹ ਅੰਦੋਲਨ ਨੂੰ ਅੱਗੇ ਵਧਾਉਂਦੇ ਰਹਿਣਗੇ, ਪਿੱਛੇ ਹਟਣ ਦਾ ਕੋਈ ਸਵਾਲ ਨਹੀਂ। ਉਹਨਾਂ ਕੇਂਦਰ ਸਰਕਾਰ ਦੇ ਕੋਲੋਂ ਮੰਗ ਕੀਤੀ ਕੋਈ ਜਿੱਦ ਛੱਡੇ, ਸਾਡੀ ਗੱਲ ਸੁਣੇ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ 5 ਅਪ੍ਰੈਲ ਨੂੰ ਪੂਰੇ ਭਾਰਤ ਭਰ ਦੇ ਵਿੱਚ ਫੂਡ ਕਾਰਪੋਰੇਸ਼ਨ ਆਫ ਇੰਡੀਆ, ਜਿਸ ਨੂੰ FCI ਕਹਿੰਦੇ ਆ, ਉਹਦੇ ਦਫ਼ਤਰਾਂ ਦਾ ਘਿਰਾਓ ਕਰਦਾ ਹੁਣ ਸੱਦਾ ਦੇ ਦਿੱਤਾ ਹੈ। ਉਸ ਤੋਂ ਪਹਿਲਾਂ 30 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਬੈਠਕ ਸੱਦੀ ਹੋਈ ਹੈ। ਉਸ ਵਿੱਚ ਅਪ੍ਰੈਲ ਮਹੀਨੇ ਦੌਰਾਨ ਕੀਤੇ ਜਾਣ ਵਾਲੇ ਅੰਦੋਲਨ ਦੀ ਰੂਪਰੇਖਾ ਤਿਆਰ ਕੀਤੀ ਜਾਣੀ ਹੈ। ਕੁੰਡਲੀ ਹੱਦ ਤੇ ਹੋਣ ਵਾਲੀ ਇਸ ਬੈਠਕ ਦੇ ਵਿੱਚ ਸਖਤ ਫੈਸਲੇ ਕੀਤੇ ਜਾਣ ਦੀ ਸੰਭਾਵਨਾ ਹੈ ਤਾਂ ਕਿ ਅੰਦੋਲਨ ਨੂੰ ਹੋਰ ਅੱਗੇ ਵਧਾਇਆ ਜਾ ਸਕੇ। ਇਸ ਤੋਂ ਪਹਿਲਾਂ ਕੱਲ੍ਹ ਵੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਬੈਠਕ ਹੋਈ ਸੀ। ਉਸ ਵਿੱਚ ਅੰਦੋਲਨ ਨੂੰ ਅੱਗੇ ਵਧਾਉਣ ਦੇ ਤਾਂ ਜ਼ੋਰ ਦਿੱਤਾ ਹੀ ਗਿਆ, ਨਾਲ ਹੀ ਦਿੱਲੀ ਵੱਲ ਵਧਣ ਲਈ ਦਬਾਅ ਬਣਾਉਣ ਦੀ ਗੱਲ ਵੀ ਆਖੀ ਗਈ ਕਿ ਜੋ ਸਰਕਾਰ ਜਿੱਦ ਨਹੀਂ ਛੱਡ ਰਹੀ, ਕਿਸਾਨਾਂ ਪ੍ਰਤੀ ਜਿਹੜਾ ਉਹਨਾਂ ਦਾ ਰਵੱਈਆ, ਉਹਦੇ ਵਿੱਚ ਤਬਦੀਲੀ ਲਿਆਉਣ ਦੇ ਵਾਸਤੇ ਸਰਕਾਰ ਦੇ ਉੱਤੇ ਜ਼ੋਰ, ਪ੍ਰੈਸ਼ਰ ਕਿਵੇਂ ਵਧਾਇਆ ਜਾਵੇ। ਕੁੰਡਲੀ ਹੱਦ ਤੇ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਦੀ ਅਗਵਾਈ ਤੇ ਹੇਠ ਇਹ ਕਾਨੂੰਨਾਂ ਦੀਆਂ ਕਾਪੀਆਂ ਪਾੜੀਆਂ ਗਈਆਂ। ਉਧਰ ਗਾਜ਼ੀਪੁਰ ਬਾਰਡਰ ਦੇ ਉੱਤੇ ਰਾਕੇਸ਼ ਟਕੈਤ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਕਿਸਾਨ ਆਗੂ ਨੇ ਕਿਹਾ ਕਿ ਖੇਤੀਬਾੜੀ ਕਾਨੂੰਨ ਕਿਸਾਨ ਅਤੇ ਲੋਕ ਵਿਰੋਧੀ ਨੇ। ਡਾਕਟਰ ਦਰਸ਼ਨਪਾਲ ਨੇ ਹਰਿਆਣਾ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਭਾਰੀ ਵਿਰੋਧ ਦੇ ਬਾਵਜੂਦ ਵੀ ਅੰਦੋਲਨ ਵਿਰੋਧੀ ਕਾਨੂੰਨ ਪਾਸ ਕਰਨ ਨੂੰ ਲੋਕਾਂ ਦੇ ਹਿੱਤਾਂ ਤੇ ਸੱਟ ਕਰਾਰ ਦਿੱਤਾ ਹੈ। ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਇਸ ਕਾਨੂੰਨ ਦਾ ਮਕਸਦ ਸਿਰਫ ਅੰਦੋਲਨਾਂ ਤੇ ਅੰਦੋਲਨ ਕਰਨ ਵਾਲਿਆਂ ਨੂੰ ਦਬਾਉਣਾ ਹੈ, ਹੋਰ ਕੁਝ ਵੀ ਨਹੀਂ। ਉਹ ਕਹਿੰਦੇ ਨੇ ਇਸ ਨਾਲ ਹਰਿਆਣੇ ਦੇ ਆਮ ਲੋਕਾਂ ਦੇ ਅਧਿਕਾਰਾਂ ਦਾ ਹਨਨ ਹੋਇਆ, ਉਹਨਾਂ ਤੇ ਡਾਕਾ ਵੱਜਿਆ। ਹਰਿਆਣਾ ਲੋਕ ਵਿਵਸਥਾ ਵਿੱਚ ਵਿਘਨ ਦੌਰਾਨ ਜਾਇਦਾਦ ਦੇ ਨੁਕਸਾਨ ਦੀ ਵਸੂਲੀ ਬਾਰੇ ਬਿੱਲ 2021 ਦੇ ਸਿਰਲੇਖ ਨਾਲ ਪਾਸ ਕਰਕੇ ਅਜਿਹੀਆਂ ਖਤਰਨਾਕ ਵਿਵਸਥਾਵਾਂ ਯਕੀਨੀ ਤੌਰ ਤੇ ਲੋਕਾਂ ਵਾਸਤੇ ਕਹਿੰਦੇ ਘਾਤਕ ਸਿੱਧ ਹੋਣਗੀਆਂ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਬੀਤੇ ਕਈ ਵਰ੍ਹਿਆਂ ਤੋਂ FCI ਦੇ ਬਜਟ ਵਿੱਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ। FCI ਦੇ ਫਸਲਾਂ ਦੀ ਖਰੀਦ ਪ੍ਰਣਾਲੀ ਦੇ ਨਿਯਮ ਬਦਲੇ ਜਾ ਰਹੇ ਨੇ। ਸੰਯੁਕਤ ਕਿਸਾਨ ਮੋਰਚੇ ਦੀ ਆਮ ਸਭਾ ਦੇ ਵਿੱਚ ਇਹ ਵੀ ਤੈਅ ਕੀਤਾ ਗਿਆ ਕਿ 5 ਅਪ੍ਰੈਲ ਨੂੰ ਪੂਰੇ ਭਾਰਤ ਦੇ ਵਿੱਚ FCI ਬਚਾਓ ਦਿਵਸ ਮਨਾਇਆ ਜਾਏਗਾ। ਇਸ ਅਧੀਨ FCI ਦੇ ਸਾਰੇ ਦਫ਼ਤਰਾਂ ਦੇ ਅੱਗੇ ਸਵੇਰ ਦੇ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਧਰਨੇ ਦਿੱਤੇ ਜਾਣਗੇ, ਉਹਨਾਂ ਦਾ ਘਿਰਾਓ ਕੀਤਾ ਜਾਏਗਾ। ਤੇ ਉਧਰ ਪਤਾ ਲੱਗਿਆ ਕਿ ਜਟਵਾੜਾ ਵਿਖੇ ਖਾਪ ਪੰਚਾਇਤਾਂ ਨੇ ਵੀ ਬਿੱਲ ਦੀਆਂ ਕਾਪੀਆਂ ਸਾੜੀਆਂ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਤੇ ਅਗਲੀ ਖਬਰ, ਕਿਸਾਨ ਆਗੂ ਨੇ ਵੱਡੇ ਬਲਦੇਵ ਸਿੰਘ ਸਿਰਸਾ, ਉਹਨਾਂ ਦੇ ਪੁੱਤਰ ਦੇ ਉੱਤੇ ਜਾਨਲੇਵਾ ਹਮਲੇ ਦੀ ਖਬਰ ਮਿਲ ਰਹੀ ਹੈ। ਬਲਦੇਵ ਸਿੰਘ ਸਿਰਸਾ ਦੇ ਪੁੱਤਰ ਦਾ ਨਾਮ ਹੈ ਮਹਿਤਾਬ ਸਿੰਘ ਸਿਰਸਾ। ਅੰਮ੍ਰਿਤਸਰ ਦੇ ਵਿੱਚ ਕਿਸਾਨੀ ਸੰਘਰਸ਼ ਚੱਲ ਰਿਹਾ, ਧਰਨਾ ਚੱਲ ਰਿਹਾ, ਉਹਦੇ ਵਿੱਚ ਉਹ ਪਿਛਲੇ 6 ਮਹੀਨਿਆਂ ਤੋਂ ਸ਼ਾਮਲ ਹੋ ਰਹੇ ਆ। ਉੱਥੇ ਉਹ ਆਪਣੀ ਕਾਰ ਦੇ ਵਿੱਚ ਜਦੋਂ ਗਏ, ਧਰਨੇ ਤੋਂ ਵਾਪਸ ਜਾਣ ਲੱਗੇ, ਕਾਰ ਸਟਾਰਟ ਕਰਕੇ ਦੁਬਾਰਾ ਮਾਲ ਦੇ ਵਿੱਚ ਉਹਨਾਂ ਦਾ ਫੋਨ ਰਹਿ ਗਿਆ ਸੀ, ਫੋਨ ਲੈਣ ਚਲੇ ਗਏ। ਆਉਂਦਿਆਂ ਨੂੰ ਉਹਨਾਂ ਦੀ ਕਾਰ ਦੀ ਭੰਨ ਤੋੜ ਕੀਤੀ ਹੋਈ ਸੀ। ਸ਼ਾਇਦ ਹਮਲਾਵਰਾਂ ਨੂੰ ਲੱਗਿਆ ਕਿ ਕਾਰ ਸਟਾਰਟ ਖੜੀ ਹੈ, ਕਿ ਮਹਿਤਾਬ ਸਿੰਘ ਸਿਰਸਾ ਕਾਰ ਦੇ ਵਿੱਚ ਹੀ ਹੈ। ਇਹ ਹਮਲਾ ਆਲਫਾ 1 ਮਾਲ ਦੇ ਬਾਹਰ ਹੋਇਆ ਹੈ। ਕਿਸਾਨਾਂ ਦੇ ਵੱਲੋਂ ਇਸ ਗੱਲ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ ਕਿ ਭਾਵੇਂ ਉਹ ਕਿਸੇ ਵੀ ਹਿੰਸਕ ਹਮਲੇ ਜਾਂ ਕਾਰਵਾਈ ਦੇ ਹੱਕ ਵਿੱਚ ਨਹੀਂ, ਪਰ ਕਹਿੰਦੇ ਜੇਕਰ ਕਿਸੇ ਕਿਸਾਨ ਤੇ ਹਮਲਾ ਹੁੰਦਾ ਹੈ ਤਾਂ ਕਿਸੇ ਰਾਜਨੀਤਿਕ ਆਗੂ ਦੀ ਜ਼ੁਬਾਨ ਕਿਉਂ ਨਹੀਂ ਖੁੱਲ੍ਹਦੀ, ਕਿਉਂ ਉਹਨਾਂ ਦਾ ਬਿਆਨ ਸਾਹਮਣੇ ਨਹੀਂ ਆਉਂਦਾ। ਉਹ ਕਹਿੰਦੇ ਮਹਿਤਾਬ ਸਿੰਘ ਸਿਰਸਾ ਦੇ ਉੱਤੇ ਹਮਲਾ ਹੋਇਆ, ਕਿਸੇ ਰਾਜਨੀਤਿਕ ਲੀਡਰ ਦਾ ਬਿਆਨ ਨਹੀਂ ਆਇਆ। ਅਰੁਣ ਨਾਰੰਗ ਤੇ ਹਮਲਾ ਹੋਇਆ, ਕੀ ਸੁਖਬੀਰ, ਕੀ ਕੈਪਟਨ, ਕੀ ਬ੍ਰਹਮ ਮਹਿੰਦਰਾ, ਕੀ ਮੈਂ ਕਹਿੰਦਾ ਕੋਈ ਇਸ ਤਰ੍ਹਾਂ ਦਾ ਆਗੂ ਨਹੀਂ ਰਿਹਾ ਜਿਨ੍ਹਾਂ ਨੇ ਬਿਆਨ ਨਹੀਂ ਕੀਤਾ। ਅਸੀਂ ਨਿੰਦਿਆ ਕਰਦੇ ਹਾਂ ਉਸ ਘਟਨਾ ਦੀ, ਹੋਣਾ ਨਹੀਂ ਸੀ ਚਾਹੀਦਾ। ਪਰ ਉਹ ਕਹਿੰਦੇ
ਜੇ ਮਹਿਤਾਬ ਸਿੰਘ ਸਿਰਸਾ ਦੇ ਉੱਤੇ ਇਹ ਹਮਲਾ ਹੁੰਦਾ ਹੈ, ਫਿਰ ਰਾਜਨੀਤਿਕ ਲੀਡਰ ਕਿਉਂ ਬਿਆਨ ਨਹੀਂ ਦਿੰਦੇ ਕਿ ਇਹ ਵੀ ਨਹੀਂ ਹੋਣਾ ਚਾਹੀਦਾ। ਮਹਿਤਾਬ ਸਿੰਘ ਸਿਰਸਾ ਨੇ ਦੱਸਿਆ ਕਿ ਹੁਣ ਤੱਕ ਬੀਤੇ 6 ਮਹੀਨਿਆਂ ਦੌਰਾਨ ਉਹਨਾਂ ਤੇ 4 ਵਾਰੀ ਹਮਲੇ ਹੋ ਚੁੱਕੇ ਨੇ ਅਤੇ ਉਹਨਾਂ ਹਮਲਿਆਂ ਦੀ ਉਹ ਸ਼ਿਕਾਇਤ ਉਚੇਚੇ ਤੌਰ ਤੇ ਪੁਲਿਸ ਕਮਿਸ਼ਨਰ ਤੱਕ ਪਹੁੰਚਾ ਚੁੱਕੇ ਨੇ, ਪਰ ਹਾਲੇ ਤੱਕ ਕਹਿੰਦੇ ਕੋਈ ਕਾਰਵਾਈ ਨਹੀਂ ਹੋਈ। ਦੂਸਰੇ ਪਾਸੇ ਇਹ ਦੱਸਣਾ ਬਣਦਾ ਕਿ ਬੀਤੇ ਦਿਨੀ ਮਲੋਟ ਵਿੱਚ ਭਾਜਪਾ ਵਿਧਾਇਕ ਅਰੁਣ ਨਰੰਗ ਤੇ ਜਿਹੜਾ ਹਮਲਾ ਹੋਇਆ ਸੀ ਉਹਦੇ ਵਿੱਚ ਗ੍ਰਿਫਤਾਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਪੁਲਿਸ ਅਫਸਰਾਂ ਨਾਲ ਕਿਸਾਨ ਆਗੂ ਨੇ ਗੱਲਬਾਤ ਕੀਤੀ ਕਿ ਪਰਚੇ ਰੱਦ ਕਰੋ, ਕੇਸ ਰੱਦ ਕਰੋ, ਪਰ ਗੱਲ ਕਿਸੇ ਤਣ ਪੱਤਣ ਲੱਗ ਨਹੀਂ ਸਕੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਲੋਟ ਦੇ ਵਿੱਚ ਭਾਜਪਾ ਦੇ ਵੱਲੋਂ ਮਲੋਟ ਬੰਦ ਦਾ ਕੱਲ ਸੱਦਾ ਦਿੱਤਾ ਗਿਆ ਸੀ ਕਿ ਭਾਈ ਆਪਾਂ ਬੰਦ ਰੱਖਣਾ ਹੈ। ਉੱਥੇ ਕੁਝ ਦੁਕਾਨਦਾਰ ਤਾਂ ਇੱਥੋਂ ਤੱਕ ਕਹਿੰਦੇ ਸੁਣੇ ਗਏ ਮਲੋਟ ਬੰਦ ਦੇ ਉੱਤੇ ਕਿ ਜੇਕਰ ਇਹੀ ਸੱਦਾ ਕਿਸਾਨਾਂ ਦਾ ਦਿੱਤਾ ਹੁੰਦਾ ਅਸੀਂ ਇੱਕ ਦਿਨ ਨਹੀਂ ਮਹੀਨਾ ਦੁਕਾਨਾਂ ਬੰਦ ਰੱਖ ਲੈਂਦੇ, ਪਰ ਭਾਜਪਾ ਦੇ ਆਖਿਆ ਅਸੀਂ ਦੁਕਾਨਾਂ ਬੰਦ ਨਹੀਂ ਰੱਖਣੀਆਂ। ਉੱਥੇ ਕਈ ਬਾਜ਼ਾਰ ਤਾਂ ਇਹ ਸੀ ਜਿਹਦੇ ਵਿੱਚ ਕੋਈ ਵੀ ਦੁਕਾਨ ਬੰਦ ਨਹੀਂ ਰਹੀ ਤੇ ਅਨਾਜ ਮੰਡੀ ਤੇ ਕੁਝ ਹੋਰਨਾਂ ਥਾਵਾਂ ਤੇ ਮੇਨ ਬਾਜ਼ਾਰ ਦੇ ਵਿੱਚ ਕੁਝ ਦੁਕਾਨਾਂ ਬੰਦ ਦੇਖੀਆਂ ਗਈਆਂ ਤੇ ਕੁਝ ਥਾਵਾਂ ਤੇ ਭਾਜਪਾ ਵਾਲੇ ਦੁਕਾਨਾਂ ਬੰਦ ਕਰਵਾਉਣ ਵਾਸਤੇ ਕਹਿੰਦੇ ਵੀ ਰਹੇ। ਪਰ ਕਿਸਾਨ ਜਦੋਂ ਭਾਰਤ ਬੰਦ ਦਾ ਸੱਦਾ ਦਿੰਦੇ ਨੇ ਉਹ ਧੱਕਾ ਕਿਸੇ ਨਾਲ ਨਹੀਂ ਕਰਦੇ, ਲੋਕ ਆਪ ਮੁਹਾਰੇ ਭਾਰਤ ਬੰਦ ਦੇ ਵਿੱਚ ਉਹਨਾਂ ਦਾ ਸਾਥ ਦਿੰਦੇ ਆ। ਹੁਣ ਅਗਲੀ ਖਬਰ, ਕੈਨੇਡਾ ਦੇ ਵਿੱਚ ਰਹਿੰਦੇ ਸੀ ਉੱਘੇ ਕਬੱਡੀ ਪ੍ਰਮੋਟਰ ਮਲਕੀਤ ਸਿੰਘ ਪੁਰੇਵਾਲ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸਿੱਧ ਪਿੰਡ ਹਕੀਮਪੁਰ ਦੇ ਉੱਘੇ ਖੇਡ ਪ੍ਰਮੋਟਰ ਸੀ ਮਲਕੀਤ ਸਿੰਘ ਪੁਰੇਵਾਲ। ਆਪਣੇ ਹਕੀਮਪੁਰ ਪਿੰਡ ਦੇ ਵਿੱਚ ਬਹੁਤ ਵੱਡਾ ਟੂਰਨਾਮੈਂਟ ਵੀ ਕਰਵਾਉਂਦੇ ਸੀ। ਕੈਨੇਡਾ ਦੇ ਵਿੱਚ ਵੀ ਕਈ ਜਿਹੜੇ ਟੂਰਨਾਮੈਂਟ ਹੁੰਦੇ ਉਹਨਾਂ ਵਿੱਚ ਇਹਨਾਂ ਦਾ ਵੱਡਾ ਯੋਗਦਾਨ ਹੁੰਦਾ ਸੀ। ਜਿਹੜੇ ਪੁਰੇਵਾਲ ਭਰਾ ਕਬੱਡੀ ਦਾ ਟੂਰਨਾਮੈਂਟ ਕਰਵਾਉਂਦੇ ਉਹਨੂੰ ਮਿੰਨੀ ਓਲੰਪਿਕ ਪੁਰੇਵਾਲ ਖੇਡ ਮੇਲੇ ਦੇ ਨਾਮ ਨਾਲ ਵੀ ਦੁਨੀਆ ਭਰ 'ਚ ਜਾਣਿਆ ਜਾਂਦਾ ਹੈ ਤੇ ਅੱਜ ਉਹਨਾਂ ਦੀ ਮੌਤ ਹੋਈ ਹੈ। ਉਹ ਕਾਫੀ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਰਹਿੰਦੇ ਸਨ। ਗੁਰਜੀਤ ਸਿੰਘ ਪੁਰੇਵਾਲ ਤੇ ਮਲਕੀਤ ਸਿੰਘ ਪੁਰੇਵਾਲ ਦੋਵੇਂ ਭਰਾ ਨੇ। ਇਹਨਾਂ ਨੇ ਭਲਵਾਨੀ ਤੇ ਕਬੱਡੀ ਦੇ ਖੇਤਰ ਵਿੱਚ ਆਪਣੇ ਪਿੰਡ ਦਾ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਸੀ। ਸਨ 1963 ਵਿੱਚ ਜਦੋਂ ਹਾਲੇ ਹਰਿਆਣਾ ਨਹੀਂ ਸੀ ਬਣਿਆ, ਇਹ ਦੋਵੇਂ ਸਟੇਟਾਂ ਤੇ ਪੂਰੇ ਸੰਸਾਰ ਦੀ ਕੁਸ਼ਤੀ ਅਤੇ ਕਬੱਡੀ ਦੇ ਜੇਤੂ ਭਲਵਾਨ ਹੋਇਆ ਕਰਦੇ ਸੀ। ਉਹਨਾਂ ਦੀ ਮੌਤ ਦੇ ਨਾਲ ਖੇਡ ਜਗਤ ਦੇ ਵਿੱਚ ਵੀ, ਉਹਨਾਂ ਦੇ ਪਿੰਡ ਵਿੱਚ ਵੀ ਤੇ ਇਲਾਕੇ ਦੇ ਵਿੱਚ ਵੀ ਤੇ ਕਬੱਡੀ ਪ੍ਰੇਮੀਆਂ ਦੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਸੋ ਦੋਸਤੋ, ਇਹ ਸਨ ਅੱਜ ਦੀਆਂ ਕੁਝ ਕੁ ਖਬਰਾਂ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਅੱਜ ਦੀਆਂ ਇਹ ਜਾਣਕਾਰੀਆਂ ਪੁਖਤਾ ਲੱਗੀਆਂ ਹੋਣਗੀਆਂ। ਸੋ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਲਾਈਕ ਵੀ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਜ਼ਰੂਰ ਛੱਡਿਓ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।